ਸਾਡਾ ਸੰਘਰਸ਼ ਅਕਾਲ ਪੁਰਖ ਵਾਹਿਗੁਰੂ ਦੀ ਅਗਵਾਈ 'ਚ ਚੱਲ ਰਿਹਾ। ਗੁਰੂ ਨਾਨਕ ਸਾਹਿਬ 10ਵੇਂ ਪਾਤਸ਼ਾਹ ਆਪ ਅਗਵਾਈ ਦੇ ਰਹੇ ਆ ਇਸ ਸੰਘਰਸ਼ ਨੂੰ। ਇਹ ਗੱਲ ਪ੍ਰਤੱਖ ਹੋ ਗਈ, ਕਲਾ ਕਿਵੇਂ ਵਾਪਰਦੀ ਆ ਇਹ ਵੀ ਪ੍ਰਤੱਖ ਹੋ ਗਈ। ਇਹਨਾਂ ਦਾ ਇੱਕ ਵੱਡਾ ਲੀਡਰ ਮੇਘਾਲਿਆ ਦਾ ਗਵਰਨਰ ਇੱਕ ਇੰਟਰਵਿਊ ਜਾਂ ਇੱਕ ਆਪਦੇ ਭਾਸ਼ਣ ਦੌਰਾਨ ਇਹ ਗੱਲ ਕਰਦਾ, ਉਸ ਗੱਲ ਨੂੰ ਪ੍ਰਚਾਰਿਆ ਜਾਂਦਾ ਬਹੁਤ ਵੱਡੇ ਲੈਵਲ ਤੇ, ਸਭ ਕਿਤੇ ਵਾਇਰਲ ਕੀਤੀ ਜਾਂਦੀ ਆ ਗੱਲ। ਹਰ ਸਾਡਾ ਕਿਸਾਨ ਉੱਥੇ ਜਿਹੜਾ ਬੈਠਾ ਬਾਰਡਰਾਂ ਤੇ, ਹਰ ਸੰਘਰਸ਼ੀ ਬੰਦਾ, ਹਰ ਕਿਸੇ ਦੀ ਜਿੱਤ ਆ। ਪਰ ਇਹ ਜਿੱਤ ਨੇ ਇੱਕ ਕੰਮ ਹੋਰ ਸਾਨੂੰ ਸਮਝਾਉਣਾ ਆ, ਇੱਕ ਇਹਦੇ ਪਿੱਛੇ ਚੱਲ ਰਹੀ ਜਿਹੜੀ ਪੋਲਿਟਿਕਸ ਆ ਉਹਨੂੰ ਸਮਝਣਾ ਵੀ ਬੜਾ ਜ਼ਰੂਰੀ ਆ। ਸਰਕਾਰ, ਮੋਦੀ ਗਵਰਨਮੈਂਟ ਜਾਂ ਸਟੇਟ ਕਿਸ ਕਮਿਊਨਿਟੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਸਾਨੂੰ ਹਜੇ ਅਵੇਸਲੇ ਹੋਣ ਦੀ ਕੋਈ ਲੋੜ ਨਹੀਂ। ਐਲਾਨੀਆਂ ਤੌਰ ਤੇ ਉਹਨਾਂ ਨੇ ਆ ਕੇ ਜੋ ਅੱਜ ਗੱਲਾਂ ਕੀਤੀਆਂ ਸਿਰਫ ਉਹ ਸਾਡੇ ਸਾਹਮਣੇ ਆਈਆਂ। ਇਦੋਂ ਬਾਅਦ ਕੀ ਹੋਣਾ, ਬੀਜੇਪੀ ਗਵਰਨਮੈਂਟ ਬਿਨਾਂ ਕਿਸੇ ਡਿਸਕਸ਼ਨ ਤੋਂ ਜਾਂ ਜਿਹੜੇ ਲੋਕ ਇਹਨਾਂ ਖੇਤੀ ਬਿੱਲਾਂ ਤੋਂ ਪ੍ਰਭਾਵਿਤ ਹੁੰਦੇ ਆ ਉਹਨਾਂ ਦੇ ਨਾਲ ਕੋਈ ਡਿਸਕਸ਼ਨ ਕਰਨ ਜਾਂ ਪਾਰਲੀਮੈਂਟ 'ਚ ਕੋਈ ਡਿਸਕਸ਼ਨ ਹੋਈ ਹੋਵੇ, ਇਹ ਬਿਨਾਂ ਕਿਸੇ ਡਿਸਕਸ਼ਨ ਤੋਂ ਖੇਤੀ ਬਿੱਲ ਤੇ ਕਾਨੂੰਨ ਲਾਗੂ ਕਰ ਦਿੰਦੇ ਆ। ਫਿਰ ਬਿਨਾਂ ਕਿਸੇ ਡਿਸਕਸ਼ਨ ਤੋਂ ਖੇਤੀ ਕਾਨੂੰਨ ਰੱਦ ਕਰ ਦਿੰਦੇ ਆ, ਰਿਪੀਲ ਕਰ ਦਿੰਦੇ ਆ। ਜਿਹੜਾ ਵੀ ਕੋਈ ਇਸ ਮੋਦੀ ਗਵਰਨਮੈਂਟ ਨੂੰ ਕੁਐਸਚਨ ਕਰਦਾ ਉਹਨੂੰ ਜਾਂ ਤਾਂ ਖਾਲਿਸਤਾਨੀ ਜਾਂ ਜਿਹਾਦੀ ਜਾਂ ਮਾਓਇਸਟ ਕਹਿ ਕੇ ਉਹਨੂੰ ਬ੍ਰਾਂਡ ਕਰ ਦੇਣਾ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਗੁਰਪੁਰਬ ਦਾ, ਗੁਰੂ ਨਾਨਕ ਸਾਹਿਬ ਦੇ ਆਗਮਨ ਦੇ ਦਿਵਸ ਤੇ ਉਸ ਦਿਨੇ ਜੋ ਅੱਜ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ, ਪਹਿਲੀ ਗੱਲ ਤਾਂ ਇਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਇਆ। ਲਿਟਰਲੀ ਉਹੀ ਜਮਾਂ ਪ੍ਰਤੱਖ ਹੋ ਗਈ ਗੱਲ। ਇਹ ਜਦੋਂ ਆਪਾਂ ਕਹਿ ਰਹੇ ਸੀ ਸਾਡਾ ਸੰਘਰਸ਼ ਅਕਾਲ ਪੁਰਖ ਵਾਹਿਗੁਰੂ ਦੀ ਅਗਵਾਈ 'ਚ ਚੱਲ ਰਿਹਾ, ਗੁਰੂ ਨਾਨਕ ਸਾਹਿਬ 10ਵੇਂ ਪਾਤਸ਼ਾਹ ਆਪ ਅਗਵਾਈ ਦੇ ਰਹੇ ਆ ਇਸ ਸੰਘਰਸ਼ ਨੂੰ, ਇਹ ਗੱਲ ਪ੍ਰਤੱਖ ਹੋ ਗਈ। ਕਲਾ ਕਿਵੇਂ ਵਾਪਰਦੀ ਆ ਇਹ ਵੀ ਪ੍ਰਤੱਖ ਹੋ ਗਈ। ਦੇਖੋ ਤੁਸੀਂ, ਜਿਸ ਆਪਾਂ ਸੰਘਰਸ਼ ਕਰਨਾ ਸ਼ੁਰੂ ਕੀਤਾ ਉਸੇ ਨਿਸ਼ਾਨ ਸਾਹਿਬ ਦੇ ਜਸ਼ਨ ਮਨਾਉਣ ਵਾਲੇ ਦਿਨ 3 ਖੇਤੀ ਕਾਨੂੰਨ ਰੱਦ ਹੁੰਦੇ ਆ। ਹੁਣ ਗੱਲ ਜਿਹੜੀ ਸਾਡੇ ਲਈ ਸਮਝਣ ਵਾਲੀ ਆ ਉਹ ਇਹ ਆ ਵੀ ਬਹੁਤ ਬੰਦੇ ਇਹ ਗੱਲ ਕਹਿ ਰਹੇ ਸੀ ਵੀ ਇਹ ਇਕੱਲੇ ਸਿੱਖਾਂ ਦੀ ਲੜਾਈ ਨਹੀਂ ਆ, ਪਰ ਆਪਾਂ ਇਵੈਂਟਸ ਨੂੰ ਸਮਝੀਏ। ਪਹਿਲਾਂ ਇਹਨਾਂ ਦਾ ਇੱਕ ਵੱਡਾ ਲੀਡਰ ਮੇਘਾਲਿਆ ਦਾ ਗਵਰਨਰ ਇੱਕ ਇੰਟਰਵਿਊ ਜਾਂ ਇੱਕ ਆਪਦੇ ਭਾਸ਼ਣ ਦੌਰਾਨ ਇਹ ਗੱਲ ਕਰਦਾ ਵੀ ਜੋ 26 ਜਨਵਰੀ ਤੇ ਹੋਇਆ ਕੁਝ ਵੀ ਗਲਤ ਨਹੀਂ ਸੀ। 26 ਜਨਵਰੀ ਤੇ ਉਸ ਗੁਰੂ ਸਾਹਿਬ ਦੇ ਪੁੱਤਾਂ ਨੂੰ ਜਿਹਨੇ ਆਪਦਾ ਸੀਸ ਦਿੱਤਾ ਉੱਥੇ, ਜਿਹਨੇ ਆਪਦਾ ਸਿਰ ਦਿੱਤਾ ਉੱਥੇ, ਉਹਨਾਂ ਨੂੰ ਨਿਸ਼ਾਨ ਸਾਹਿਬ ਚੜਾਉਣ ਦਾ ਪੂਰਾ ਹੱਕ ਆ। ਜੇ ਉਹ ਨਹੀਂ ਚੜਾਉਣਗੇ ਤਾਂ ਕੌਣ ਚੜਾਉਣਗੇ? ਉਸ ਗੱਲ ਨੂੰ ਪ੍ਰਚਾਰਿਆ ਜਾਂਦਾ ਬਹੁਤ ਵੱਡੇ ਲੈਵਲ ਤੇ, ਸਭ ਕਿਤੇ ਵਾਇਰਲ ਕੀਤੀ ਜਾਂਦੀ ਆ ਗੱਲ। ਉਦੋਂ ਬਾਅਦ ਅਗਲੀ ਗੱਲ ਇਹ ਆਉਂਦੀ ਆ ਵੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਦਿੱਤਾ ਜਾਂਦਾ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਦਾ ਤੇ ਨਾਲ ਗੁਰਪੁਰਬ ਵਾਲੇ ਦਿਨ ਗੁਰਪੁਰਬ ਦੀਆਂ ਵਧਾਈਆਂ ਦੇ ਕੇ 3 ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਂਦੇ ਆ। ਸੋ ਜਿਹੜੀ ਗੱਲ ਵਾਪਰ ਰਹੀ ਆ ਉਸ ਤੋਂ ਸਾਡੀ ਸਮਝ 'ਚ ਇੱਕ ਗੱਲ ਤਾਂ ਆ ਗਈ ਵੀ ਕਿਸ ਤਰ੍ਹਾਂ ਇਹ ਐਜ਼ ਅ ਕਮਿਊਨਿਟੀ ਹੈ ਨਾ, ਗੁਰੂ ਸਾਹਿਬ ਦੀ ਅਗਵਾਈ 'ਚ, ਗੁਰੂ ਸਾਹਿਬ ਦੇ ਸਿਧਾਂਤਾਂ 'ਤੇ ਆਪਾਂ ਖੜ ਕੇ ਇੱਕ ਲੜਾਈ ਲੜੀ ਆ। ਹਰ ਸਾਡਾ ਕਿਸਾਨ ਉੱਥੇ ਜਿਹੜਾ ਬੈਠਾ ਬਾਰਡਰਾਂ ਤੇ, ਹਰ ਸੰਘਰਸ਼ੀ ਬੰਦਾ, ਹਰ ਕਿਸੇ ਦੀ ਜਿੱਤ ਆ। ਪਰ ਇਹ ਜਿੱਤ ਨੇ ਇੱਕ ਕੰਮ ਹੋਰ ਸਾਨੂੰ ਸਮਝਾਉਣਾ ਆ, ਇੱਕ ਇਹਦੇ ਪਿੱਛੇ ਚੱਲ ਰਹੀ ਜਿਹੜੀ ਪੋਲਿਟਿਕਸ ਆ ਉਹਨੂੰ ਸਮਝਣਾ ਵੀ ਬੜਾ ਜ਼ਰੂਰੀ ਆ ਵੀ ਇਹ ਕਿਸ ਕਮਿਊਨਿਟੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਗੱਲ ਸਾਡੇ ਲਈ ਸਮਝਣੀ ਬਹੁਤ ਜ਼ਰੂਰੀ ਆ ਵੀ ਸਰਕਾਰ, ਮੋਦੀ ਗਵਰਨਮੈਂਟ ਜਾਂ ਸਟੇਟ ਕਿਸ ਕਮਿਊਨਿਟੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਇਸ ਕਰਕੇ ਅਵੇਸਲੇ ਨਾ ਹੋਇਓ। ਸਾਨੂੰ ਹਜੇ ਅਵੇਸਲੇ ਹੋਣ ਦੀ ਕੋਈ ਲੋੜ ਨਹੀਂ। ਹਜੇ ਐਲਾਨੀਆਂ ਤੌਰ ਤੇ
ਉਹਨਾਂ ਨੇ ਆ ਕੇ ਜੋ ਅੱਜ ਗੱਲਾਂ ਕੀਤੀਆਂ ਸਿਰਫ ਉਹ ਸਾਡੇ ਸਾਹਮਣੇ ਆਈਆਂ। ਇਦੋਂ ਬਾਅਦ ਕੀ ਹੋਣਾ, ਇਦੋਂ ਬਾਅਦ ਦੀ ਕੀ ਜਿਹੜੀ ਘਟਨਾਵਾਂ ਦੀ ਅਹਿਮੀਅਤ ਹੋਊਗੀ ਉਹ ਕੀ ਹੋਊਗੀ, ਇਹ ਦੇਖਣਾ ਸਾਡੇ ਲਈ ਬਹੁਤ ਜ਼ਰੂਰੀ ਆ। ਕਿਉਂਕਿ ਇੱਥੇ 3 4 5 ਗੱਲਾਂ ਸਾਡੇ ਲਈ ਵਾਚਣੀਆਂ ਬਹੁਤ ਜ਼ਰੂਰੀ ਆ। ਪਹਿਲੀ ਗੱਲ, ਬੀਜੇਪੀ ਗੌਰਮੈਂਟ ਬਿਨਾਂ ਕਿਸੇ ਡਿਸਕਸ਼ਨ ਤੋਂ ਜਾਂ ਜਿਹੜੇ ਲੋਕ ਇਹਨਾਂ ਖੇਤੀ ਬਿੱਲਾਂ ਤੋਂ ਪ੍ਰਭਾਵਿਤ ਹੁੰਦੇ ਆ ਉਹਨਾਂ ਦੇ ਨਾਲ ਕੋਈ ਡਿਸਕਸ਼ਨ ਕਰਨ ਜਾਂ ਪਾਰਲੀਮੈਂਟ 'ਚ ਕੋਈ ਡਿਸਕਸ਼ਨ ਹੋਈ ਹੋਵੇ, ਇਹ ਬਿਨਾਂ ਕਿਸੇ ਡਿਸਕਸ਼ਨ ਤੋਂ ਖੇਤੀ ਬਿੱਲ ਤੇ ਕਾਨੂੰਨ ਲਾਗੂ ਕਰ ਦਿੰਦੇ ਆ। ਫਿਰ ਬਿਨਾਂ ਕਿਸੇ ਡਿਸਕਸ਼ਨ ਤੋਂ ਖੇਤੀ ਕਾਨੂੰਨ ਰੱਦ ਕਰ ਦਿੰਦੇ ਆ, ਰਿਪੀਲ ਕਰ ਦਿੰਦੇ ਆ। ਸੋ ਇਸ ਗੱਲ ਨੂੰ ਸਮਝਣਾ ਵੀ ਜਦੋਂ ਇਹ ਲਾਗੂ ਕਰ ਰਹੇ ਸੀ ਉਦੋਂ ਇਹਨਾਂ ਨੇ ਕੀ ਸੋਚਿਆ, ਤੇ ਅੱਜ ਜੇ ਰਿਪੀਲ ਕੀਤੇ ਅੱਜ ਕੀ ਸੋਚ ਰਹੇ ਆ, ਸਾਡੇ ਲਈ ਬਹੁਤ ਜ਼ਰੂਰੀ ਆ। ਪਹਿਲੀ ਗੱਲ। ਦੂਜੀ ਗੱਲ, ਜਿਹੜਾ ਵੀ ਕੋਈ ਇਸ ਮੋਦੀ ਗਵਰਨਮੈਂਟ ਨੂੰ ਕੁਐਸਚਨ ਕਰਦਾ ਉਹਨੂੰ ਜਾਂ ਤਾਂ ਖਾਲਿਸਤਾਨੀ ਜਾਂ ਜਿਹਾਦੀ ਜਾਂ ਮਾਓਇਸਟ ਕਹਿ ਕੇ ਉਹਨੂੰ ਬ੍ਰਾਂਡ ਕਰ ਦੇਣਾ। ਇਹਨਾਂ ਨੂੰ ਕੋਈ ਕੁਐਸਚਨ ਕਰ ਲਓ ਤੁਸੀਂ ਐਂਟੀ ਨੈਸ਼ਨਲ ਹੋ। ਐਂਟੀ ਨੈਸ਼ਨਲ ਸਾਨੂੰ 26 ਜਨਵਰੀ ਵਾਲੇ ਦਿਨ ਵੀ ਦਿਖਾਇਆ ਗਿਆ। ਤੁਸੀਂ ਇਹ ਵੇਖੋ, 26 ਜਨਵਰੀ ਵਾਲੇ ਦਿਨ ਸਾਨੂੰ ਖਾਲਿਸਤਾਨੀ ਦੱਸਿਆ ਗਿਆ ਆ ਕਿ ਅਸੀਂ ਉੱਥੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਆਏ ਤੇ ਤਿਰੰਗੇ ਦਾ ਅਸੀਂ ਨਿਰਾਦਰ ਕੀਤਾ, ਤਿਰੰਗਾ ਲਾ ਕੇ ਸਿੱਟਿਆ। ਮੀਡੀਆ ਦੀਆਂ ਰਿਪੋਰਟਸ ਚੈੱਕ ਕਰੋ। ਇਹਦਾ ਮਤਲਬ ਅੱਜ ਤੁਸੀਂ ਖਾਲਿਸਤਾਨੀਆਂ ਦੀਆਂ ਮੰਗਾਂ ਨੂੰ ਠੀਕ ਮੰਨ ਲਿਆ। 26 ਜਨਵਰੀ ਨੂੰ ਉਹੀ ਇੰਬੈਡਡ ਜਿਹੜਾ ਇੱਕ ਮੀਡੀਆ, ਗੋਦੀ ਮੀਡੀਆ, ਉਹ ਇਹਨੂੰ ਹਿੰਸਾ ਦਿਖਾ ਰਿਹਾ ਸੀ। ਵੀ ਜੇ ਹਿੰਸਾ ਜਿਹੜੀ ਹੁੰਦੀ ਆ ਉਹ ਤਾਂ ਪ੍ਰੀ ਪਲਾਨਡ ਗੱਲ ਹੁੰਦੀ ਆ। ਉੱਥੇ ਤਾਂ ਲੋਕ ਹਥਿਆਰ ਲੈ ਕੇ ਆਉਂਦੇ ਆ, ਪੈਟਰੋਲ ਲੈ ਕੇ ਆਉਂਦੇ ਆ, ਕੋਈ ਇਨਫਲੇਮੇਬਲ ਕੋਈ ਚੀਜ਼ਾਂ ਲੈ ਕੇ ਆਉਂਦੇ ਆ ਜਿਹਦੇ ਨਾਲ ਅੱਗਾਂ ਲਾਈਆਂ ਜਾ ਸਕਣ, ਲੁੱਟ ਖਸੋ ਹੋ ਸਕੇ। ਨਾ ਕੋਈ ਲੁੱਟ ਖਸੋ ਹੋਈ, ਨਾ ਕਿਸੇ ਤਰ੍ਹਾਂ ਦੀ ਹਿੰਸਾ ਹੋਈ, ਪਰ ਕਿਸ ਤਰ੍ਹਾਂ ਪ੍ਰੋਜੈਕਟ ਕੀਤਾ ਗਿਆ। ਪਰ ਸਾਡੇ ਲਈ 26 ਜਨਵਰੀ ਨੂੰ ਇੰਨਾ ਕਿ ਦਿਖਾਉਣਾ ਵੀ ਇਹ ਕਮਿਊਨਿਟੀ ਜਾਂ ਇਹ ਕਿਹੜੇ ਲੋਕ ਆ ਜਿਹੜੇ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਤੇ ਕਿਸਾਨੀ ਝੰਡੇ ਨੂੰ ਨਾਲ ਰੱਖ ਕੇ, ਨਿਸ਼ਾਨ ਸਾਹਿਬ ਦੀ ਅਗਵਾਈ 'ਚ ਕਿਸਾਨੀ ਝੰਡੇ ਨੂੰ ਨਾਲ ਰੱਖ ਕੇ ਇੱਕ ਸਿੰਬੋਲਿਕ ਅਸੀਂ ਆਪਦੀ ਤਾਕਤ ਜ਼ਾਹਰ ਕੀਤੀ। ਸਟੇਟ ਨੂੰ ਇਹ ਦੱਸਿਆ ਵੀ ਸਾਡੀ ਅਬਿਲਿਟੀ ਕੀ ਆ, ਅਸੀਂ ਕਰ ਕੀ ਸਕਦੇ ਆ। ਤੁਸੀਂ ਇਹ ਗੱਲ ਸਮਝੋ, ਸਿੰਬੋਲਿਕਲੀ ਸਾਡੇ ਪ੍ਰੋਟੈਸਟ ਨੂੰ ਕਿੰਨਾ ਬਦਨਾਮ ਕੀਤਾ ਗਿਆ। ਅੱਜ ਉਸੇ ਪ੍ਰੋਟੈਸਟ ਦੀ ਵਿਕਟਰੀ ਆ ਜਿਹੜਾ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੂਲਿਆ ਸੀ, ਜਿਹਨੇ ਇਸ ਸੰਘਰਸ਼ ਨੂੰ ਕੱਲੇ ਦੇਸ਼ 'ਚ ਨਹੀਂ ਇੰਟਰਨੈਸ਼ਨਲੀ ਐਕਨੋਲੇਜ ਕੀਤਾ ਸੀ ਵੀ ਇਹ ਲੋਕ ਆਪਦੇ ਹੱਕ ਲੈਣ ਖਾਤਰ ਸੜਕਾਂ ਤੇ ਆ, ਤੰਬੂਆਂ 'ਚ ਬੈਠੇ ਆ। ਸਰਦੀ, ਗਰਮੀ, ਹੜ੍ਹ, ਹਨੇਰੀ ਸਭ ਕੁਝ ਹੰਢਾਈ ਜਾਂਦੇ ਆ। ਕਦੇ ਮੀਂਹ ਨਾਲ ਪਾਣੀ ਆ ਗਿਆ, ਕਦੇ ਅੱਗਾਂ ਲੱਗ ਗਈਆਂ, ਕਦੇ ਹਨੇਰੀ ਵੱਗ ਗਈ, ਕਦੇ ਉੱਥੇ ਤੱਤੀਆਂ ਠੰਡੀਆਂ ਹਵਾਵਾਂ, ਕੀ ਕੁਛ ਨਹੀਂ ਹੰਢਾਇਆ। ਸੋ ਇਹ ਸਾਡੀ ਕਲੈਕਟਿਵ ਵਿਕਟਰੀ ਆ। ਇਹ ਕਿਸੇ ਇੰਡੀਵਿਜੂਅਲ ਬੰਦੇ ਦੀ ਵਿਕਟਰੀ ਨਹੀਂ ਆ, ਇਹ ਉਸ ਗੁਰੂ ਦੀ ਕਲਾ ਵਾਪਰੀ ਆ। ਤੇ ਇੱਕ ਜਿਹੜੀ ਗੱਲ ਆਪਾਂ ਕਹਿੰਦੇ ਸੀ ਹਮੇਸ਼ਾ ਹੀ ਅਕਾਲ ਪੁਰਖ ਵਾਹਿਗੁਰੂ ਦੀ ਅਗਵਾਈ 'ਚ ਇਹ ਸੰਘਰਸ਼ ਲੜਿਆ ਜਾ ਰਿਹਾ। ਦੇਖ ਲਓ ਅੱਜ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਵਾਲੇ ਦਿਨ ਉਹਨਾਂ ਦੇ ਪ੍ਰਕਾਸ਼ ਦਿਹਾੜੇ ਤੇ 3 ਖੇਤੀ ਕਾਨੂੰਨ ਰੱਦ ਕੀਤੇ ਜਾਂਦੇ ਆ। ਹੁਣ ਜਿਹੜੀ ਗੱਲ ਮੈਂ ਕਹੀ ਸੀ ਵੀ ਇਹ ਗੱਲਾਂ ਕਿਉਂ ਸਿੱਖਾਂ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਇਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਪੋਲਿਟਿਕਸ ਆ। ਕਿਉਂਕਿ 3 ਖੇਤੀ ਕਾਨੂੰਨ ਇਕੱਲੇ ਸਾਡੇ ਲਈ ਅਹਿਮੀਅਤ ਨਹੀਂ ਰੱਖਦੇ ਸੀ। ਇਹ ਆਪਾਂ ਪਹਿਲਾਂ ਵੀ ਕਹਿੰਦੇ ਸੀ ਵੀ ਕਾਨੂੰਨ ਰੱਦ ਵੀ ਹੋ ਜਾਣਗੇ ਤਾਂ ਕਿਸਾਨਾਂ ਦੀਆਂ ਜ਼ਿੰਦਗੀਆਂ ਉੱਥੇ ਹੀ ਖੜੀਆਂ, ਉਹਨਾਂ ਤੇ ਕਰਜ਼ੇ, ਉਹਨਾਂ ਦੀ ਖੁਦਕੁਸ਼ੀਆਂ ਨਹੀਂ ਰੁਕਦੀਆਂ, ਉਹਨਾਂ ਦੀਆਂ ਜ਼ਿੰਦਗੀਆਂ ਨਹੀਂ ਕਿਸੇ ਢੰਗ 'ਚ ਬਿਹਤਰ ਹੁੰਦੀਆਂ ਜਾਂ ਇਦੋਂ ਕਿਸੇ ਚੰਗੀ ਹਾਲਾਤ 'ਚ ਨਹੀਂ ਆਉਂਦੇ ਉਹ, ਹੈ ਨਾ। ਸੋ ਇਸ ਖਾਤਰ ਇਹ ਸੰਘਰਸ਼ ਤੇ ਇਹ ਲੜਾਈ ਜਾਰੀ ਆ। ਇਹ ਸਾਡੀ ਹੋਂਦ ਦੀ ਲੜਾਈ ਆ। ਸਾਡੀ ਹੋਂਦ ਨੂੰ ਜਦੋਂ ਵੰਗਾਰੋਗੇ ਇਹ ਗੁਰੂ ਦੇ ਸਿੰਘ ਜਾਂ ਇਹ ਜਿਹੜਾ ਜਜ਼ਬਾ ਇਹ ਆਈ ਉੱਠੂਗਾ ਤੇ ਇਸੇ ਤਰ੍ਹਾਂ ਸੰਘਰਸ਼ੀ ਬੰਦੇ ਆ ਕੇ ਲੜਨਗੇ ਤੇ ਆਪਦੇ ਹੱਕਾਂ ਖਾਤਰ ਆਪਦੀ ਆਵਾਜ਼ ਬੁਲੰਦ ਕਰਨਗੇ। ਹੁਣ ਬਹੁਤ ਕੁਛ ਅੱਜ ਦੇ ਦਿਨ ਤੋਂ ਕਲੀਅਰ ਹੁੰਦਾ। ਇੱਕ ਗੱਲ ਇਹ ਕਲੀਅਰ ਹੁੰਦੀ ਆ ਵੀ ਇਹ ਸਰਕਾਰ ਕੱਲ੍ਹ ਤੱਕ ਕਿੱਡਾ ਵੱਡੇ ਤੌਰ ਤੇ ਇਹ ਗੱਲ ਪ੍ਰਚਾਰ ਰਹੀ ਸੀ ਵੀ ਸਾਡੇ ਨਾਲ ਤੁਸੀਂ ਖੇਤੀ ਕਾਨੂੰਨ ਤੁਹਾਡੇ ਹੱਕ 'ਚ ਆ, ਤੁਸੀਂ ਖੇਤੀ ਕਾਨੂੰਨਾਂ ਨੂੰ ਸਮਝ ਨਹੀਂ ਪਾ ਰਹੇ, ਤੁਸੀਂ ਖੇਤੀ ਕਾਨੂੰਨਾਂ ਤੇ ਸਾਡੇ ਨਾਲ ਆ ਕੇ ਕਿਸੇ ਰੀਜ਼ਨ ਦੇ ਕੇ ਗੱਲ ਕਰੋ,
ਅਸੀਂ ਰੀਜ਼ਨ ਵੀ ਦਿੱਤੇ, ਅਸੀਂ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ, ਕਦੇ ਨਹੀਂ ਇਹ ਸਮਝੇ। 700 ਸਾਡੇ ਕਿਸਾਨ ਆਪਦੀਆਂ ਜਾਨਾਂ ਕੁਰਬਾਨ ਕਰ ਗਏ, ਟਾਈਮ ਰਿਸੋਰਸਿਸ ਕਿੰਨਾ ਕੁਝ ਲੱਗਿਆ, 1 ਸਾਲ ਤੋਂ ਵੱਧ ਬੰਦਿਆਂ ਨੂੰ, ਸਾਡੇ ਬਜ਼ੁਰਗਾਂ ਨੂੰ ਉੱਥੇ ਬੈਠਿਆਂ ਹੋ ਗਿਆ। ਪਰ ਅੱਜ ਆ ਕੇ ਚੋਣਾਂ ਦੇ ਕੋਲੇ ਆ ਕੇ ਸਿੱਖਾਂ ਨੂੰ ਖੁਸ਼ ਕਰਨ ਦੀ ਜਿਹੜੀ ਅੱਜ ਇੱਕ ਇਹਨਾਂ ਨੇ ਐਲਾਨ ਕੀਤਾ ਵੀ ਇਸ ਕਮਿਊਨਿਟੀ ਨੂੰ ਖੁਸ਼ ਕਰੋ। ਪਹਿਲਾਂ ਤਾਂ ਇਸ ਕਮਿਊਨਿਟੀ ਨੂੰ ਜੇ ਸੰਘਰਸ਼ ਕਰਦੇ ਆ ਤਾਂ ਉਹ ਸੰਘਰਸ਼ ਤੋਂ ਆਈਸੋਲੇਟ ਕਰੋ ਤੇ ਇਹਨਾਂ ਦੀਆਂ ਆਪਸ 'ਚ ਤਰੇੜਾਂ ਤੇ ਦਰਾਰਾਂ ਪਵਾ ਦਿਓ ਤਾਂ ਕਿ ਪਹਿਲਾਂ ਤਾਂ ਇਕੱਠੇ ਨਾ ਹੋ ਸਕਣ, ਜਥੇਬੰਦਕ ਨਾ ਹੋ ਸਕਣ ਤੇ ਸੰਘਰਸ਼ ਦਾ ਪਾਰਟ ਵੀ ਨਾ ਬਣ ਸਕਣ। ਉਦੋਂ ਬਾਅਦ ਅਸੀਂ ਕਿਸੇ ਵੀ ਸੰਘਰਸ਼ ਨੂੰ ਹੈਂਡਲ ਕਰ ਲਾਂਗੇ। ਸੋ ਇਹ ਗੱਲਾਂ ਆਪਾਂ ਬੜੀਆਂ ਵਿਚਾਰਨੀਆਂ, ਸਮਾਂ ਬੜਾ ਸੈਂਸਿਟਿਵ ਆ, ਹਨਾ। ਘਟਨਾਵਾਂ ਵਾਪਰਨਗੀਆਂ, ਘਟਨਾਵਾਂ ਨੂੰ ਆਪਾਂ ਪ੍ਰੋਪੇਗੈਂਡਾ ਲੈਵਲ ਤੇ ਨਹੀਂ ਦੇਖਣਾ, ਘਟਨਾਵਾਂ ਨੂੰ ਐਨਾਲਾਈਜ਼ ਕਰਨਾ, ਐਨਾਲਾਈਜ਼ ਕਰਕੇ ਫਿਰ ਉਹਨਾਂ ਦਾ ਸਾਡੇ ਤੇ ਅਸਰ ਕੀ ਪਊਗਾ, ਉਹਨਾਂ ਘਟਨਾਵਾਂ ਦੀ ਵਿਸ਼ੇਸ਼ਤਾ ਕੀ ਆ, ਮਹੱਤਤਾ ਕੀ ਆ, ਇਹਨਾਂ ਚੀਜ਼ਾਂ ਨੂੰ ਸਮਝ ਕੇ ਹੀ ਕੋਈ ਅੱਗੇ ਆਪਾਂ ਸਟੈਪ ਲਵਾਂਗੇ। ਅੱਜ ਸਮਾਂ ਇਹ ਆ ਵੀ ਸਾਡੀ ਜਿਹੜੀ ਜਿੱਤ ਆ ਉਹ ਸਾਡੇ ਬਾਰਡਰਾਂ ਤੇ ਬੈਠੇ ਕਿਸਾਨਾਂ ਦੀ ਆ, ਸਾਡੇ ਸੰਘਰਸ਼ੀ ਬੰਦਿਆਂ ਦੀ ਆ ਤੇ ਨਿਹੰਗ ਸਿੰਘਾਂ ਦੀ ਆ ਜਿਹੜੇ ਉੱਥੇ ਨਿਸ਼ਾਨ ਸਾਹਿਬ ਦੀ ਅਗਵਾਈ 'ਚ ਬੈਠੇ ਆ। ਪੰਥ ਦੀ ਜਿੱਤ ਆ। ਸ਼੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਤੇ ਅੱਜ ਇੱਕ ਗੱਲ ਤਾਂ ਇਹ ਸਰਕਾਰ ਨੂੰ ਵੀ ਸਮਝ ਆ ਗਈ ਵੀ ਸਿੱਖਾਂ ਨੂੰ ਜਾਂ ਇਸ ਕਮਿਊਨਿਟੀ ਨੂੰ ਜੇ ਅਸੀਂ ਕਹਾਂਗੇ ਵੀ ਇਹਨਾਂ ਨੂੰ ਇਹਨਾਂ ਦੇ ਹੱਕ ਨਹੀਂ ਮਿਲਣੇ ਚਾਹੀਦੇ, ਇਹ ਖਾਲੀ ਹੱਥ ਨਹੀਂ ਜਾਂਦੇ। ਇਹ ਕਿਸੇ ਵੀ ਐਕਸਟੈਂਟ ਤੱਕ ਜਾ ਕੇ ਸੰਘਰਸ਼ ਕਰਨ ਦਾ ਜਜ਼ਬਾ ਰੱਖਦੇ ਆ। ਇਹ ਚਿਣਗਾਂ ਸਾਡੇ ਅੰਦਰ ਸਾਡੇ ਗੁਰੂ ਸਾਹਿਬਾਨਾਂ ਨੇ ਲਾਈਆਂ, ਇਹ ਚਿਣਗਾਂ ਸਾਡੇ ਅੰਦਰੋਂ ਨਹੀਂ ਖਤਮ ਹੋ ਸਕਦੀਆਂ। ਅਗਲੀ ਜਿਹੜੀ ਗੱਲ ਬੜੀ ਇੰਪੋਰਟੈਂਟ ਆ, ਅੱਜ ਸਾਡੇ ਲਈ ਸੋਲੀਡੈਰਿਟੀ ਦਿਖਾਉਣ ਦਾ ਸਮਾਂ, ਇੱਕ ਜਿਹੜਾ ਸਾਡੇ ਕੋਲੇ ਏਕਤਾ ਦਾ ਜਜ਼ਬਾ ਹੋਣਾ ਚਾਹੀਦਾ, ਉਹ ਦਿਖਾਉਣ ਦਾ ਸਮਾਂ। ਕਿਸਾਨ ਆਗੂ ਕਿਸ ਤਰ੍ਹਾਂ ਇਸ ਪੂਰੀ ਗੱਲ ਨੂੰ ਐਨਾਲਾਈਜ਼ ਕਰਦੇ ਆ, ਉਹਨਾਂ ਦਾ ਕੀ ਸਟੈਂਡ ਹੁੰਦਾ, ਇਸ ਗੱਲ ਨੂੰ ਵੀ ਆਪਾਂ ਸਮਝ ਕੇ ਉਸ ਸੰਘਰਸ਼ ਦੇ ਤੇ ਉਹਨਾਂ ਦੇ ਨਾਲ ਰਹਿਣਾ। ਕਿਉਂਕਿ ਗੱਲ ਇਹ ਆ ਵੀ ਇਹ ਕਲੈਕਟਿਵ ਇੱਕ ਵਿਕਟਰੀ ਆ, ਕਲੈਕਟਿਵ ਡਿਸੀਜਨ ਹੀ ਹੁਣ ਅੱਗੇ ਲਿਆ ਜਾਊਗਾ। ਗਵਰਨਮੈਂਟ ਨੇ ਜੋ ਕਹਿਣਾ ਸੀ ਉਹ ਤਾਂ ਕਹਿਤਾ। ਦੇਖੋ 26 ਤੱਕ ਇਹਨਾਂ ਨੇ ਮੀਟਿੰਗਾਂ ਕੀਤੀਆਂ, 26 ਤੋਂ ਬਾਅਦ ਕੋਈ ਮੀਟਿੰਗ ਨਹੀਂ। ਆ ਕੇ ਸਿੱਧਾ ਯੂਨੀਲੈਟਰਲੀ ਇਹ ਸਾਡਾ ਫੈਸਲਾ ਵੀ ਅਸੀਂ ਕਾਨੂੰਨ ਰੱਦ ਕਰਦੇ ਹਾਂ, ਸਿੱਧਾ ਯੂਨੀਲੈਟਰਲੀ ਇਹ ਆ ਕੇ ਸਾਨੂੰ ਗੱਲ ਕਹੀ ਗਈ। ਸੋ ਇਹ ਕੋਈ ਆਮ ਗੱਲ ਨਹੀਂ ਆ, ਇਹਦੇ ਪਿੱਛੇ ਕੀ ਕੁਝ ਵਾਪਰ ਰਿਹਾ, ਜੀਓਪੋਲੀਟੀਕਲ ਜਿਹੜਾ ਸਿਨੈਰੀਓ ਆ, ਉਹ ਰੀਜ਼ਨਸ ਕੀ ਆ, ਹਨਾ। ਇੱਕ ਪਾਸੇ ਚਾਈਨਾ, US, ਰਸ਼ੀਆ, ਇਹ ਜਿਹੜੇ ਪਾਵਰ ਸੈਂਟਰ ਬਣ ਰਹੇ ਆ, ਉਹ ਕੀ ਬਣ ਰਹੇ ਆ, ਉੱਥੇ ਆਰਮਡ ਫੋਰਸਿਸ 'ਚ ਸਿੱਖਾਂ ਦੀ ਕੀ ਭੂਮਿਕਾ ਸਾਡੀ, ਇਹ ਬੜੇ ਰੀਜ਼ਨਸ ਆ ਇਹਦੇ ਪਿੱਛੇ। ਸਾਨੂੰ ਕਿਸ ਤਰ੍ਹਾਂ ਸਟੇਟ ਹੁਣ ਹੈਂਡਲ ਕਰਨਾ ਚਾਹੁੰਦੀ ਆ ਜਾਂ ਪੰਜਾਬ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਚਾਹੁੰਦੀ ਆ, ਜੀਓਪੋਲੀਟੀਕਲ ਜਿਹੜਾ ਇੱਕ ਆਪਾਂ ਕਹਿੰਦੇ ਆ ਉਹ ਰੀਜ਼ਨਸ ਕੀ ਆ। ਇਹ ਰੀਜ਼ਨਸ ਨੂੰ ਵੀ ਵਾਚਣਾ ਪਊਗਾ, ਇਹਨਾਂ ਨੂੰ ਵੀ ਆਪਾਂ ਨੂੰ ਐਨਾਲਾਈਜ਼ ਕਰਨਾ ਪਊ, ਅਧਿਐਨ ਕਰਨਾ ਪਊ।